ਇਹਨਾਂ ਦਾ ਇੱਕ ਨੰਬਰ ਦਾ ਡਰਾਮਾ ਜਿਹਦੇ ਕਰਕੇ ਅੱਜ ਕਿਸਾਨ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ। ਆਪਣੀ ਖਿਸਕਦੀ ਹੋਈ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਇੱਕ ਤੋਂ ਇੱਕ ਸਰਾਸਰ ਝੂਠ। ਹਰੇਕ ਬੰਦਾ ਜਾਣਦਾ ਹੈ ਕਿ ਪਾਰਲੀਮੈਂਟ ਦੇ ਦਰਵਾਜ਼ੇ 8:30 ਵਜੇ ਤਾਈਂ ਖੁੱਲੇ ਹੁੰਦੇ ਨੇ। 8 ਵਜੇ ਆਪਣਾ ਲਾਈਵ ਸਟ੍ਰੀਮ ਕਰਕੇ ਜਾ ਕੇ ਪੁੱਛ ਲਓ, ਨਹੀਂ ਤਾਂ ਮੈਂ ਰਿਕਾਰਡਿੰਗ ਤੁਹਾਨੂੰ ਦੇ ਦੇਣੇ। 8:15 ਵਜੇ ਤਾਂ ਬਾਹਰ ਵੀ ਨਿਕਲ ਗਏ ਸੀਗੇ ਕਿ ਕਿਸਾਨ ਇਸ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਆਪਣੀ ਜਾਨਾਂ ਤੱਕ ਗਵਾ ਰਹੇ ਨੇ। ਲੇਕਿਨ ਇਸ ਅਹੰਕਾਰੀ ਸਰਕਾਰ ਨੂੰ ਨਾ ਪਰਵਾਹ ਹੈਗਾ ਤਾਂ ਨਾ ਹੀ ਉਹ ਪਤਾ ਕਰਾਉਣਾ ਚਾਹੁੰਦੇ ਨੇ। ਇਹ ਇੰਨੀ ਅਹੰਕਾਰੀ ਸਰਕਾਰ ਹੋ ਗਈ ਹੈ ਕਿ ਭਾਵੇਂ ਕਿਸਾਨ ਅੰਨਦਾਤਾ ਦੀ ਗੱਲ ਹੋਏ, ਗਾਲੀ ਗਲੋਚ ਤੇ ਤਾਂ ਉਤਰ ਹੀ ਆਇਆ। ਤੁਸੀਂ ਦੇਖਿਆ ਹੁਣ ਮਵਾਲੀ, ਇਸ ਤੋਂ ਪਹਿਲੇ ਕੁਝ ਹੋਰ ਤਾਂ ਗਾਲੀ ਗਲੋਚ ਇੱਕ ਪਾਸੇ ਕਰ ਰਹੇ ਨੇ। ਪਾਰਲੀਮੈਂਟ ਦੇ ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ ਘੇਰ ਰਹੀਆਂ ਨੇ। ਉੱਥੇ ਹੀ ਅਕਾਲੀ ਦਲ ਵੀ ਪਾਰਲੀਮੈਂਟ ਦੇ ਬਾਹਰ ਖੇਤੀ ਕਾਨੂੰਨ ਰੱਦ ਕਰਨ ਲਈ ਪ੍ਰਦਰਸ਼ਨ ਕਰ ਰਿਹਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਵਿਪ ਦਾ ਅਸਰ ਵੀ ਸਾਫ਼ ਦੇਖਣ ਨੂੰ ਮਿਲ ਰਿਹਾ। ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਤੇ ਤਿੱਖੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਨੂੰ ਹੰਕਾਰ ਚੜਿਆ ਹੋਇਆ ਜੋ ਨਾ ਹੀ ਕਿਸਾਨਾਂ ਦੀ ਅਤੇ ਨਾ ਹੀ ਪਾਰਲੀਮੈਂਟ ਦੇ ਅੰਦਰ ਖੇਤੀ ਕਾਨੂੰਨਾਂ ਦੇ ਮਸਲੇ ਤੇ ਚਰਚਾ ਕਰ ਰਹੀ। देखो, कृषि कानून जदों तो ये ऑर्डिनेंस बन के जून 3 तरीक ਦੇ 2020 ਚ ਸਰਕਾਰ ਨੇ ਜਿਸ ਦਿਨ ਤੋਂ ਆਰਡੀਨੈਂਸ ਲਾਗੂ ਕੀਤੀ ਹੈ, ਕੈਬਨਿਟ ਦੇ ਵਿੱਚ ਬਹਿ ਕੇ ਇਹਦਾ ਵਿਰੋਧ ਕੀਤਾ। ਹਰ ਬਾਰੀ ਹਰ ਲੈਵਲ ਦੇ ਲੀਡਰ, ਖੇਤੀਬਾੜੀ ਮੰਤਰੀ ਹੋ, ਪ੍ਰਧਾਨ ਮੰਤਰੀ ਹੋਏ, ਗ੍ਰਹਿ ਮੰਤਰੀ ਹੋਣ, ਡਿਫੈਂਸ ਮਿਨਿਸਟਰ, ਜਿੰਨੀ ਟੌਪ ਲੀਡਰ, ਹਰੇਕ ਦੇ ਕੋਲ ਜਾ ਕੇ ਆਪਣਾ ਵਿਰੋਧ ਜਤਾਇਆ। ਇਹਨਾਂ ਸਾਰਿਆਂ ਨੇ ਮੈਨੂੰ ਵਿਸ਼ਵਾਸ ਦਿਲਾਇਆ ਕਿ ਅਜੇ ਆਰਡੀਨੈਂਸ ਆਇਆ ਹੈਗਾ। ਜੇ ਇਹਦੇ ਵਿੱਚ ਕੋਈ ਖਾਮੀਆਂ ਲੱਗਦੀਆਂ ਨੇ, ਤੁਸੀਂ ਜਾ ਕੇ ਇਹਦੇ ਬਾਰੇ ਕਿਸਾਨਾਂ ਨੂੰ ਦੱਸੋ ਕਿ ਕਿੰਨਾ ਫਾਇਦਾ ਕਰੂਗਾ। ਜੇ ਉਹਨਾਂ ਨੂੰ ਨਹੀਂ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਖਾਮੀਆਂ ਹੈਗੀ ਤਾਂ ਅਸੀਂ ਇਹਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਅਸੀਂ ਇਹਦਾ ਸੁਧਾਰ ਕਰਾਂਗੇ। ਸੋ ਆਪਾਂ ਉਸ ਕਰਕੇ ਕਿਸਾਨਾਂ ਨਾਲ ਗੱਲ ਕੀਤੀ ਕਿ ਮੰਤਰੀਆਂ ਨਾਲ ਵੀ ਗੱਲ ਕਰਾਈ। ਲੇਕਿਨ ਸਾਨੂੰ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ ਜਦ ਦੇਖਿਆ ਕਿ ਪਹਿਲੇ ਹੀ ਮੌਨਸੂਨ ਸਤਰ 'ਚ ਪਹਿਲਾ ਬਿੱਲ ਹੀ ਇਹ ਲੈ ਕੇ ਆਏ ਜਦ ਕਿਸਾਨਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਸੀ। ਸੋ ਪੂਰਾ ਸਖਤੀ ਦੇ ਨਾਲ ਵਿਰੋਧ ਜਤਾਇਆ, ਉਹਨਾਂ ਨੂੰ ਸਾਫ਼ ਤੌਰ 'ਤੇ ਅਲਟੀਮੇਟਮ ਦਿੱਤਾ। ਤੇ ਫਿਰ ਜਦ ਇੱਕ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਸੀ, ਨਾ ਰਾਹੁਲ ਉੱਥੇ ਨਾ ਸੋਨੀਆ ਉੱਥੇ, ਪੰਜਾਬ ਦੇ ਜਿੰਨੇ ਕਾਂਗਰਸ ਦੇ ਲੀਡਰ ਵਾਕਆਊਟ ਕਰਕੇ ਪੂਰੇ ਸਰਕਾਰ ਦੀ ਮਦਦ ਇਹਨਾਂ ਨੇ ਕਰਤੀ ਬਿੱਲ ਪਾਸ ਕਰਾਉਣ 'ਚ। ਲੇਕਿਨ ਭਾਵੇਂ ਅਸੀਂ ਇਕੱਲੇ 2 ਬੰਦੇ ਸੀਗੇ, ਜਾ ਕੇ ਅਸਤੀਫਾ ਇਹਨਾਂ ਦੇ ਮੂੰਹ 'ਚ ਮਾਰਿਆ, ਇਸ ਬਿੱਲ ਦੇ ਖਿਲਾਫ ਬੋਲੇ ਤੇ ਸਾਰਾ ਵਿਪਕਸ਼ ਵਾਕਆਊਟ ਕਰ ਗਿਆ। ਤੇ ਅਸੀਂ ਉੱਥੇ ਬੈਠ ਕੇ ਦੋਨਾਂ ਨੇ, ਮੀਆਂ ਬੀਵੀ ਨੇ ਬੈਠ ਕੇ ਇਹਦੇ ਵਿਰੋਧ 'ਚ, ਜਦੋਂ ਕਹਿੰਦਾ ਕਿ ਜਿਨ੍ਹਾਂ ਨੇ ਹਾਂ ਕਰੀ ਹਾਂ ਕਰੋ, ਸਾਰੀ ਸੱਤਾ ਪਾਰਟੀ ਨੇ ਹਾਂ ਕੀਤਾ ਤੇ 2 ਆਵਾਜ਼ਾਂ ਨਾ ਦੀ ਨਿਕਲੀਆਂ, ਉਹ ਇਕੱਲੀ ਸਾਡੀਆਂ ਸੀਗੀਆਂ। ਲੇਕਿਨ ਇਹ ਸਰਕਾਰ ਆਪਣੇ ਅਹੰਕਾਰ, ਆਪਣੇ ਆંકੜਿਆਂ ਦੇ ਅਹੰਕਾਰ 'ਚ ਇਹ ਭੁੱਲੀ ਗਈ ਹੈ ਕਿ ਇੱਕ ਡੈਮੋਕ੍ਰੇਸੀ 'ਚ ਆਪਾਂ ਰਹਿ ਰਹੇ ਹਾਂ, ਡਿਕਟੇਟਰਸ਼ਿਪ 'ਚ ਨਹੀਂ। 550 ਕਿਸਾਨ ਜਿਨ੍ਹਾਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ, 8 ਮਹੀਨੇ ਦੇ ਦਿੱਲੀ ਦੇ ਬਾਰਡਰ 'ਚ ਇਸ ਮੀਂਹ 'ਚ, ਠੰਡ 'ਚ, ਗਰਮੀ 'ਚ ਬੈਠੇ ਹੋਏ ਨੇ। ਲੇਕਿਨ ਇਸ ਸਰਕਾਰ ਨੂੰ ਪਰਵਾਹ ਹੀ ਨਹੀਂ ਕਿ 550 ਜਿਹੜੇ ਆਪਣੇ ਅੰਨਦਾਤਾ ਹੈਗੇ ਉਹਨਾਂ ਦੀ ਜਾਨਾਂ ਵੀ ਚਲੀ ਗਈਆਂ ਨੇ। ਕਿਸੇ ਖਾਈ 'ਚ ਬੱਸ ਡਿੱਗ ਜਾਂਦੀ ਹੈ ਤਾਂ ਉਹਦਾ ਵੀ ਸ਼ੋਕ ਉੱਥੇ ਪ੍ਰਗਟ ਹੁੰਦਾ ਹੈ। ਤੇ ਪਹਿਲੇ ਦਿਨ ਮੈਂ ਚਿੱਠੀ ਲਿਖ ਕੇ ਸਪੀਕਰ ਸਾਹਿਬ ਨੂੰ ਦਿੱਤੀ ਕਿ 500 ਕਿਸਾਨਾਂ ਦਾ ਵੀ ਇਹਦੇ ਵਿੱਚ ਨਾਂ ਲਿੱਤਾ ਜਾਏ ਤਾਂ ਦੁੱਖ ਪ੍ਰਗਟ ਕੀਤਾ ਜਾਏ, 2 ਮਿੰਟ ਦਾ ਉੱਥੇ ਮੌਨ ਰੱਖਿਆ ਜਾਏ। ਲੇਕਿਨ ਇੱਕ ਸਾਡੀ ਨਹੀਂ ਮੰਨੀ ਗਈ। 8ਵਾਂ ਦਿਨ ਹੋ ਗਿਆ ਹੈ, ਹਰ ਰੋਜ਼ ਮੈਂ ਐਡਜੋਰਨਮੈਂਟ ਮੋਸ਼ਨ ਦੇ ਰਹੀ ਹਾਂ ਕਿ ਕਿਸਾਨਾਂ ਦਾ ਮਸਲਾ ਪਹਿਲੇ ਹੱਲ ਕੀਤਾ ਜਾਏ, ਫਿਰ ਕੋਈ ਹੋਰ ਤੁਸੀਂ ਆਪਣੇ ਬਿੱਲ ਰੱਖ ਕੇ ਹੋਰ ਹਾਊਸ ਦਾ ਕੰਮ ਕਰੋ। ਉਹ ਵੀ ਨਹੀਂ ਸੁਣਿਆ ਜਾ ਰਿਹਾ। ਸੋ ਇਹ ਇੰਨੀ ਅਹੰਕਾਰੀ ਸਰਕਾਰ ਹੋ ਗਈ ਹੈ ਕਿ ਭਾਵੇਂ ਕਿਸਾਨ ਅੰਨਦਾਤਾ ਦੀ ਗੱਲ ਹੋਏ, ਗਾਲੀ ਗਲੋਚ ਤੇ ਤਾਂ ਉਤਰ ਹੀ ਆਇਆ। ਤੁਸੀਂ ਦੇਖਿਆ ਹੁਣ ਮਵਾਲੀ, ਇਸ ਤੋਂ ਪਹਿਲੇ ਕੁਝ ਹੋਰ ਤਾਂ ਗਾਲੀ ਗਲੋਚ ਇੱਕ ਪਾਸੇ ਕਰ ਰਹੇ ਨੇ। ਜਵਾਬ ਮੰਤਰੀ ਪਾਰਲੀਮੈਂਟ 'ਚ ਆ ਦੇ ਰਿਹਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਇਸ ਕਾਨੂੰਨ ਕਰਕੇ ਜੇ ਕਿਸੇ ਦੀ ਮੌਤ ਹੋਈ ਹੈ। ਅਖਬਾਰ 'ਚ ਕਿ ਦੁਨੀਆ 'ਚ ਸਭ ਨੂੰ ਪਤਾ ਹੈ ਕਿ ਕਿਸਾਨ ਇਸ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਆਪਣੀ ਜਾਨਾਂ ਤੱਕ ਗਵਾ ਰਹੇ ਨੇ। ਲੇਕਿਨ ਇਸ ਅਹੰਕਾਰੀ ਸਰਕਾਰ ਨੂੰ ਨਾ ਪਰਵਾਹ ਹੈਗਾ ਤਾਂ ਨਾ ਹੀ ਉਹ ਪਤਾ ਕਰਾਉਣਾ ਚਾਹੁੰਦੇ ਨੇ। ਤੇ ਦੂਜੀ ਪਾਰਟੀਆਂ ਜਿੰਨੀ ਵਿਰੋਧ 'ਚ, ਸਾਰੇ ਅੱਜ ਹਾਊਸ ਵਿੱਚ ਇਸ ਕਰਕੇ ਖੜੇ ਨੇ ਕਿ ਇਸ ਤਰ੍ਹਾਂ ਇਹ ਫਿਰ ਇੱਕ ਲੋਕਤੰਤਰ ਦਾ ਸ਼ਰੇਆਮ ਘਾਣ ਹੱਤਿਆ ਹੋ ਰਹੀ ਹੈ ਕਿ ਪਾਰਲੀਮੈਂਟ ਦੇ ਬਾਹਰ ਤੁਸੀਂ ਲੋਕਾਂ ਦੀ ਨਹੀਂ ਸੁਣਨ ਨੂੰ ਤਿਆਰ, ਨਾ ਕਿਸਾਨਾਂ ਦੀ ਨਾ ਇਨਸਾਨਾਂ ਦੀ, ਤੇ ਪਾਰਲੀਮੈਂਟ ਦੇ ਅੰਦਰ ਤੁਸੀਂ ਵਿਰੋਧੀ ਪਾਰਟੀਆਂ ਨੂੰ ਲੋਕਾਂ ਦੇ ਮੁੱਦੇ ਨਹੀਂ ਉਠਾਉਂਦੇ ਰਹੇ। ਸੋ ਫਿਰ ਇਹ ਪਾਰਲੀਮੈਂਟ ਨੂੰ ਇੱਕ ਮਜ਼ਾਕ ਬਣਾ ਕੇ ਰੱਖਤਾ ਹੈ। ਮੈਂ ਤਾਂ ਕਹਿੰਦੀ ਜਿਹੜੀ ਨਵੀਂ ਪਾਰਲੀਮੈਂਟ 'ਚ ਕਰੋੜਾਂ ਹਜ਼ਾਰਾਂ ਕਰੋੜਾਂ ਰੁਪਏ ਖਰਚ ਰਹੇ ਨੇ ਉਹਨੂੰ ਬੰਦ ਕਰਨ, ਕਿਉਂਕਿ ਜਦ ਪੁਰਾਣੀ 'ਚ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਤੇ ਨਵੀਂ ਦਾ ਆਪਾਂ ਕੀ ਕਰਨਾ। ਤੇ ਉਹ ਪੈਸੇ गरीबां ਦੇ ਵਿੱਚ ਵੰਡਣ ਜਿਨ੍ਹਾਂ ਦਾ ਅੱਜ ਕੱਲ੍ਹ 'ਚ कोविड करके बहुत बुरा हाल था। मैडम, कल जिस तरीके से कांग्रेस के जो सांसद थे वो पार्लियामेंट के अंदर बैठे हुए दिखाई दिए, कैसे देखते हो आप? ड्रामा, एक नंबर का ड्रामा इनका यही है। यही कारण है कि
ਇਹਨਾਂ ਦਾ ਇੱਕ ਨੰਬਰ ਦਾ ਡਰਾਮਾ, ਜਿਹਦੇ ਕਰਕੇ ਅੱਜ ਕਿਸਾਨ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ। ਆਪਣੀ ਖਿਸਕਦੀ ਹੋਈ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਇੱਕ ਤੋਂ ਇੱਕ ਸਰਾਸਰ ਝੂਠ। ਹਰੇਕ ਬੰਦਾ ਜਾਣਦਾ ਹੈ ਕਿ ਪਾਰਲੀਮੈਂਟ ਦੇ ਦਰਵਾਜ਼ੇ 8:30 ਵਜੇ ਤਾਈਂ ਖੁੱਲੇ ਹੁੰਦੇ ਨੇ। 8 ਵਜੇ ਆਪਣਾ ਲਾਈਵ ਸਟ੍ਰੀਮ ਕਰਕੇ ਜਾ ਕੇ ਪੁੱਛ ਲਓ, ਨਹੀਂ ਤਾਂ ਮੈਂ ਰਿਕਾਰਡਿੰਗ ਤੁਹਾਨੂੰ ਦੇ ਦੇਣੇ। 8:15 ਵਜੇ ਤਾਂ ਬਾਹਰ ਵੀ ਨਿਕਲ ਗਏ ਸੀਗੇ। ਸੋ ਇਹ ਲੋਕਾਂ ਨੂੰ ਸਿਰਫ ਧਿਆਨ ਭਟਕਾਉਣ ਦਾ ਕੰਮ ਕਰਦੇ। ਕੋਈ ਪਾਰਲੀਮੈਂਟ 'ਚ ਜਾ ਕੇ ਪੁੱਛ ਲੇ, ਜੇ ਕਿ ਪਾਰਲੀਮੈਂਟ ਦੇ ਅੰਦਰ ਰਹਿੰਦੇ ਅੱਜ ਇੰਨੀ ਵੱਡੀ ਚਰਚਾ ਹੁੰਦੀ। ਲੇਕਿਨ ਕੱਲਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅੰਦਰ ਬੈਠ ਕੇ ਆਪਣੀ ਇੱਕ ਦੂਜੇ ਦੀ ਫੋਟੋਆਂ ਖਿੱਚ ਕੇ ਬਾਹਰ ਮੀਡੀਆ ਨੂੰ ਦੇ ਕੇ ਤੇ ਫਿਰ ਆਪਦੇ ਘਰ ਜਾ ਕੇ ਆਰਾਮ ਨਾਲ ਆਪਣੇ ਬਿਸਤਰੇ 'ਚ ਸੌਣ ਵਾਸਤੇ ਚਲੇ ਗਏ। ਤੇ 2 MP ਤੁਹਾਡੇ 8 MP ਚੁਣ ਕੇ ਆਏ ਨੇ, ਤੁਸੀਂ ਆਪਣੇ ਬਾਕੀਆਂ ਨੂੰ ਹੀ ਨਹੀਂ ਇਕੱਠਾ ਕਰ ਸਕਦੇ। ਸਭ ਤੋਂ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਹੈਗੀ, ਤੁਸੀਂ ਬਾਕੀ ਆਪਣੇ ਕਾਂਗਰਸ ਦੇ ਐਮਪੀਆਂ ਨੂੰ ਵੀ ਨਹੀਂ, ਪੰਜਾਬ ਦੇ ਤਾਂ ਛੱਡੋ, ਉਹਨਾਂ ਨੂੰ ਨਹੀਂ ਕਰ ਸਕੇ, ਬਾਕੀਆਂ ਨੂੰ ਵੀ ਨਹੀਂ ਕਰ ਸਕੇ। ਜੇ ਸਾਰੇ ਇਕੱਠੇ ਹੁੰਦੇ ਤਾਂ ਸ਼ਾਇਦ ਅਸੀਂ ਸਰਕਾਰ ਦੇ ਉੱਤੇ ਹੋਰ ਤਕੜਾ ਦਬਾਅ ਪਾ ਸਕਦੇ। ਅਸੀਂ ਤਾਂ ਇਕੱਲੇ 2 ਬੰਦੇ ਹਾਂ। ਅਸੀਂ ਤਾਂ ਰਾਸ਼ਟਰਪਤੀ ਤੋਂ ਵੀ ਮੈਂ 7 ਪਾਰਟੀਆਂ ਨੂੰ ਮੈਂ ਇਕੱਠਾ ਕੀਤਾ ਕਿ ਭਾਵੇਂ ਆਪਾਂ 2 ਜਣੇ, ਲੇਕਿਨ ਦੂਜਿਆਂ ਨਾਲ ਗੱਲ ਕਰਕੇ ਆਪਾਂ ਰਾਸ਼ਟਰਪਤੀ ਨੂੰ ਕਹੀਏ ਕਿ ਇਸ ਤਰ੍ਹਾਂ ਕਿਵੇਂ ਚੱਲ ਸਕਦੀ ਹੈ ਪਾਰਲੀਮੈਂਟ, ਕਿ ਤੁਸੀਂ ਲੋਕਾਂ ਦੇ ਮੁੱਦੇ ਨਾ ਉਠਾਣ ਦਿਓ ਤੇ ਨਾ ਉਹਦੇ ਚਰਚਾ ਕਰੋ। ਆਪਾਂ ਸਾਰੇ ਜਾ ਕੇ ਰਾਸ਼ਟਰਪਤੀ ਨੂੰ ਮਿਲ ਰਹੇ, ਪਰ ਇਹ ਤਾਂ ਆਪਣੇ ਪੰਜਾਬ ਦੇ ਬੰਦਿਆਂ ਨੂੰ ਨਹੀਂ ਕਰ ਸਕਦੇ, ਆਪਣੇ ਬਾਕੀ ਕਾਂਗਰਸ ਦੇ ਐਮਪੀਆਂ ਨੂੰ ਨਹੀਂ ਕੱਢ ਸਕਦੇ। ਸੋ ਕੱਲਾ ਡਰਾਮਾ ਹੈਗਾ। मैडम कौन सी पार्टी है जो मुलाकात कर रही है राष्ट्रपति के साथ, आपकी पार्टी के साथ? ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਡੀ ਸਹਿਯੋਗੀ ਪਾਰਟੀ BSP ਜਾਊਗੀ, ਸਾਡੇ ਨਾਲ NCP ਵੀ ਜਾਊਗੀ, ਨੈਸ਼ਨਲ ਕਾਨਫਰੰਸ NC ਵੀ ਜਾਊਗੀ, ਕਮਿਊਨਿਸਟ ਪਾਰਟੀਆਂ ਵੀ ਜਾਣਗੇ, RLP ਵੀ ਜਾਊਗੀ। ਤੇ ਇਹ ਕੱਲ 7 ਪਾਰਟੀਆਂ ਹੋ ਗਈਆਂ ਨੇ। ਇਹਦੇ ਨਾਲ ਹੋਰ ਵੀ ਜਦੋਂ ਤਾਈਂ ਸਾਨੂੰ ਸਮਾਂ ਮਿਲਦਾ ਹੈ ਅਸੀਂ ਹੋਰ ਦੂਜੀ ਪਾਰਟੀਆਂ ਨੂੰ ਵੀ ਇਕੱਠੇ ਕਰਕੇ ਪੂਰੇ ਵੱਡੇ ਗਿਣਤੀ 'ਚ ਜਾ ਕੇ ਇਹੀ ਕਵਾਂਗੇ ਕਿ ਵਿਪਕਸ਼, ਤੁਸੀਂ ਦੇਖਿਆ 18 ਪਾਰਟੀਆਂ ਉਲਟ ਸੀਗੀਆਂ, ਫਿਰ ਵੀ ਰਾਜ ਸਭਾ 'ਚ ਬਿੱਲ ਪਾਸ ਕਰਤਾ। ਹੁਣ ਵੀ 7, 8, 10 ਪਾਰਟੀਆਂ ਕਹਿ ਰਹੀਆਂ ਇਹਦੀ ਚਰਚਾ ਕਰੇ। ਸਰਕਾਰ ਕਹਿੰਦੀ ਅਸੀਂ ਕਰਾਂਗੇ, ਲੇਕਿਨ ਸਮਾਂ ਦਿੰਦੀ ਨਹੀਂ। ਸੋ ਸਿੱਧੇ ਤਰੀਕੇ ਨਾਲ ਇਹ ਸਾਫ਼ ਹੈਗਾ, ਕਿਸਾਨਾਂ ਪ੍ਰਤੀ ਇਹਨਾਂ ਦੀ ਮਨਸ਼ਾ ਮਾੜੀ ਹੈ। ਪੂੰਜੀਪਤੀਆਂ ਦੀ ਸਰਕਾਰ ਹੈਗੀ ਤੇ ਇਜ਼ਰਾਈਲੀ ਸੌਫਟਵੇਅਰ ਕਿਉਂਕਿ ਸਪਾਈਂਗ ਕਰ ਰਹੀ ਹੈਗੀ, ਜਿਹਦੇ ਕਰਕੇ ਇਹ ਚਰਚਾ 'ਚੋਂ ਭੱਜ ਰਹੀ ਹੈ ਸਰਕਾਰ। मैडम आम आदमी पार्टी होगी उन विपक्षी पार्टियों में आपके साथ? ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ। ਮੈਂ ਤਾਂ ਕਾਂਗਰਸ ਨੂੰ, ਆਮ ਆਦਮੀ ਨੂੰ, ਕਿ ਸਾਰਿਆਂ ਨੂੰ, ਮੈਂ TMC ਦੇ ਨਾਲ ਵੀ ਮੈਂ ਗੱਲ ਕੀਤੀ ਹੈ ਕਿ ਤੁਸੀਂ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕਾਫਲਾ ਬਣਾ ਕੇ ਜਾਈਏ, ਕਿਉਂਕਿ ਪਾਰਲੀਮੈਂਟ ਦੇ ਅੰਦਰ ਤੇ ਦਿਖਾਈ ਨਹੀਂ ਰਹੇ ਸਾਡਾ ਵਿਰੋਧ। ਸੋ ਕਿਉਂ ਨਾ ਅਸੀਂ ਵਿਰੋਧ 'ਚ ਇਕੱਠੇ ਹੋ ਕੇ ਜਾ ਕੇ ਰਾਸ਼ਟਰਪਤੀ ਨੂੰ ਮਿਲੀਏ। ਲੇਕਿਨ ਇਹਨਾਂ ਨੂੰ ਆਪਣੀ ਸਿਆਸਤ ਮੁਬਾਰਕ ਹੈ, ਅਸੀਂ ਤਾਂ ਦਿਲੋਂ ਲੜਾਈ ਲੜ ਰਹੇ ਹਾਂ। ਬਾਕੀ जिन्हें जो करना है वो अपना अपना करें। लेकिन मैडम मेरा आखिरी सवाल ये है कि कृषि मंत्री लगातार बयान दे रहे हैं कि जो कृषि कानून है ये वापस नहीं होंगे, अगर बदलाव करवाना चाहते हैं तो। ਆਹੀ ਤਾਂ ਦੁੱਖ ਦੀ ਗੱਲ ਹੈਗੀ ਕਿ ਇਹ ਕਹਿੰਦੇ ਅਸੀਂ ਚਰਚਾ ਵਾਸਤੇ ਤਿਆਰ ਹਾਂ, ਲੇਕਿਨ ਉਸ ਤੋਂ ਪਹਿਲੇ ਕਿੰਤੂ ਲਗਾ ਦਿੰਦੇ ਆ ਕਿ ਵਾਪਸ ਤਾਂ ਹੋਊਗਾ ਨਹੀਂ। ਫਿਰ ਚਰਚਾ ਦੀ ਗੁੰਜਾਇਸ਼ ਕੀ ਹੈ? ਪਹਿਲੇ ਤੁਸੀਂ ਕਹਿੰਦੇ ਸੀ ਕਿ ਬਹੁਤ ਵਧੀਆ ਕਾਨੂੰਨ ਹੈਗੇ, ਇਹਦੇ ਵਿੱਚ ਕੋਈ ਘਾਟ ਕਮੀਆਂ ਨਹੀਂ ਹੈਗੀਆਂ। ਕਿੰਨੇ ਸਾਰੇ ਸੰਸ਼ੋਧਨ ਤੁਹਾਨੂੰ ਕਰਨੇ ਪਏ ਕਿਉਂਕਿ ਘਾਟ ਕਮੀਆਂ ਇੰਨੀ ਸਾਰੀਆਂ ਸੀਗੀਆਂ। ਹੁਣ ਕਿਸਾਨਾਂ ਨੂੰ ਸਰਕਾਰ ਦੇ ਉੱਤੇ ਭਰੋਸਾ ਹੀ ਨਹੀਂ ਰਿਹਾ। ਉਹ ਕਹਿੰਦੇ ਤੁਸੀਂ ਰੱਦ ਕਰੋ ਤੇ ਨਵਾਂ ਕਾਨੂੰਨ ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਲੈ ਕੇ ਆਓ। ਲੇਕਿਨ ਇਹ ਸਰਕਾਰ ਆਪਣੇ ਨੰਬਰਾਂ ਦੇ ਬਲ 'ਚ ਅੜੀ ਹੋਈ ਹੈ, ਜਿਹਦੇ ਕਰਕੇ ਇਹ ਅੰਦੋਲਨ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ, ਪੰਜਾਬ ਦੇ ਕਿਸਾਨਾਂ ਨੇ ਡਟ ਕੇ ਬਹੁਤ ਵਧੀਆ ਲੜਾਈ ਲੜੀ। ਇਹ ਹਰਿਆਣੇ ਦੇ ਕਿਸਾਨ ਜੁੜ ਗਏ, ਰਾਜਸਥਾਨ ਦੇ ਜੁੜ ਗਏ ਨੇ, UP ਦੇ ਜੁੜ ਕੇ ਦੇਸ਼ ਭਰ ਦਾ ਕਿਸਾਨ ਜੁੜ ਗਿਆ। ਹੁਣ ਇਹ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜੇ ਅੰਨਦਾਤਾ ਦੀ ਨਹੀਂ ਸੁਣਨਗੇ, ਅੰਨਦਾਤਾ ਨੂੰ ਗਾਲੀ ਗਲੋਚ ਕਰਨਗੇ, ਫਿਰ ਸਮਾਂ ਆ ਗਿਆ ਕਿ ਇਹੋ ਜੀ ਸਰਕਾਰ ਜਾਏ ਤੇ ਲੋਕਾਂ ਦੀ ਸਤਿਕਾਰ ਕਰਨ ਵਾਲੀ ਅੰਨਦਾਤਾ ਦੀ ਸਰਕਾਰ ਆਪਾਂ ਲੈ ਕੇ ਆਈ ਕੇਂਦਰ ਵਿੱਚ। ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਇਹ ਜੋ ਖੇਤੀ ਕਾਨੂੰਨ ਪਾਸ ਹੋਏ ਨੇ ਉਹ ਕਾਂਗਰਸ ਪਾਰਟੀ ਦੀ ਦੇਣ ਹੈ। ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਸੰਸਦ ਬਿੱਟੂ ਤੇ ਔਜਲਾ ਪਾਰਲੀਮੈਂਟ 'ਚ ਧਰਨੇ ਪ੍ਰਦਰਸ਼ਨ ਕਰਨ ਦੀ ਡਰਾਮੇਬਾਜ਼ੀ ਕਰ ਰਹੇ ਨੇ। ਦੇਖਣਾ ਹੋਵੇਗਾ ਕਿ ਆਖਰ ਕਦੋਂ ਤੱਕ ਖੇਤੀ ਕਾਨੂੰਨਾਂ ਦੇ ਮਸਲੇ ਦਾ ਹੱਲ ਨਿਕਲਦਾ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।